ਕੀ ਤੁਹਾਨੂੰ ਪਤਾ ਹੈ ਕਿ ਬਿਜਲੀ ਦੀਆਂ ਤਾਰਾਂ ਦੇ ਵਿੱਚ ਕਈ ਵਾਰੀ ਸੋਟੀ ਬੰਨੀ ਹੁੰਦੀ ਆ ਕਿ ਉਹ ਆਪਸ ਦੇ ਵਿੱਚ ਜੁੜ ਨਾ ਜਾਣ। ਇਸ ਚੀਜ਼ ਦਾ ਕਾਰਨ ਅੱਜ ਆਪਾਂ ਛੋਟੇ ਜਿਹੇ ਆਰਟੀਕਲ ਦੀ ਹੈਲਪ ਦੇ ਨਾਲ ਪੜ੍ਹਾਂਗੇ। ਇਹ ਗੱਲ ਉਦੋਂ ਦੀ ਆ ਜਦੋਂ ਬਾਇਓਟ ਸੈਵਟ ਨੇ ਸਾਨੂੰ ਇਹ ਦੱਸਿਆ ਸੀ ਕਿ ਕਿਸੇ ਤਾਰ ਦੇ ਵਿੱਚ ਜਦੋਂ ਕਰੰਟ ਲੰਘਦਾ ਤਾਂ ਉਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਸੈਟਅਪ ਹੋ ਜਾਂਦਾ। ਉਸ ਤੋਂ ਬਾਅਦ ਇਸ ਦੀ ਐਕਸਟੈਂਸ਼ਨ ਦੇ ਵਿੱਚ ਐਂਪੀਅਰ ਨੇ ਸਾਨੂੰ ਇਹ ਦੱਸਿਆ ਕਿ ਮੈਗਨੈਟਿਕ ਫੀਲਡ ਕਿਸ ਤਰੀਕੇ ਨਾਲ ਇੱਕ ਐਂਪੀਰੀਅਨ ਲੂਪ ਕੰਸੀਡਰ ਕਰਕੇ ਅਸੀਂ ਫਾਈਂਡ ਕਰ ਸਕਦੇ ਹਾਂ, ਜਿਸ ਨੇ ਸਾਨੂੰ ਰਿਲੇਸ਼ਨ ਦੇਤਾ B.dl ਕਲੋਜ਼ ਇੰਟੀਗਰਲ ਇਕੁਅਲ ਟੂ ਮਿਊ ਨੋਟ ਟਾਈਮਸ I। ਭਾਵ ਕਿ ਜਿੰਨਾ ਕਰੰਟ ਕਿਸੇ ਤਾਰ ਦੇ ਵਿੱਚੋਂ ਦੀ ਲੰਘ ਰਿਹਾ ਹੁੰਦਾ ਉਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਦਾ ਇੱਕ ਲਾਈਨ ਇੰਟੈਗਰਲ ਕੈਲਕੂਲੇਟ ਕਰ ਲਿਆ ਜਾਵੇ ਤੇ ਮਿਊ ਨੋਟ ਟਾਈਮਸ ਕਰੰਟ ਉਸ ਐਂਪੀਰੀਅਨ ਲੂਪ ਨੂੰ ਥਰੈਡ ਕਰਦਾ ਹੋਵੇ ਤਾਂ ਅਸੀਂ ਮੈਗਨੈਟਿਕ ਫੀਲਡ ਬੜੇ ਆਸਾਨੀ ਤਰੀਕੇ ਨਾਲ ਕਰ ਸਕਦੇ ਹਾਂ। ਉਸ ਤੋਂ ਬਾਅਦ ਲੋਰੈਂਟਜ਼ ਨੇ ਸਾਨੂੰ ਇਹ ਦੱਸਿਆ ਕਿ ਜਦੋਂ ਕਿਸੇ ਤਾਰ ਦੇ ਵਿੱਚੋਂ ਦੀ ਕਰੰਟ ਲੰਘਦਾ ਹੈ ਤੇ ਉਸ ਤਾਰ ਨੂੰ ਮੈਗਨੈਟਿਕ ਫੀਲਡ 'ਚ ਰੱਖ ਲਿਆ ਜਾਵੇ ਤਾਂ ਉਸ ਤਾਰ ਦੇ ਉੱਤੇ ਫੋਰਸ ਲੱਗਦੀ ਹੈ। ਜਿਵੇਂ ਕਿ ਕਿਸੇ ਜਗ੍ਹਾ ਦੇ ਉੱਤੇ ਮੈਗਨੈਟਿਕ ਫੀਲਡ ਹੋਵੇ ਤੇ ਅਸੀਂ ਤਾਰ ਜਿਸ ਦੇ ਵਿੱਚ ਕਰੰਟ ਲੰਘ ਰਿਹਾ ਹੋਵੇ ਉਸ ਦੇ ਵਿੱਚ ਰੱਖ ਲਈਏ ਤਾਂ ਉਸ ਬਾਰੇ ਲੋਰੈਂਟਜ਼ ਨੇ ਸਾਨੂੰ ਦੱਸਿਆ ਕਿ ਫੋਰਸ ਕਰੰਟ ਐਲੀਮੈਂਟ ਕ੍ਰਾਸ ਪ੍ਰੋਡਕਟ ਮੈਗਨੈਟਿਕ ਫੀਲਡ ਇੰਨੀ ਫੋਰਸ ਲੱਗਦੀ ਹੈ। ਅਤੇ ਜੇਕਰ ਇਹ ਕਰੰਟ ਅਤੇ ਮੈਗਨੈਟਿਕ ਫੀਲਡ ਆਪਸ ਵਿੱਚ ਹੀ ਪਰਪੈਂਡੀਕੂਲਰ ਹੋਣ ਤਾਂ ਇਹੀ ਫੋਰਸ ILB ਦੇ ਬਰਾਬਰ ਲੱਗਦੀ ਹੈ। ਸੋ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਐਂਪੀਅਰ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਦੋ ਤਾਰਾਂ ਪੈਰਲਲ ਲੰਘਦੀਆਂ ਨੇ ਅਤੇ ਦੋਨਾਂ ਦੇ ਵਿੱਚ ਕਰੰਟ ਹੋਵੇ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਭਾਵੇਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਤਾਂ ਉਹ ਇੱਕ ਦੂਸਰੇ ਦੇ ਉੱਤੇ ਫੋਰਸ ਲਗਾਉਂਦੀਆਂ ਨੇ। ਆਓ ਦੇਖੀਏ ਕਿਵੇਂ ਫੋਰਸ ਲਗਾਉਂਦੀਆਂ ਨੇ। ਸੋ ਅੱਜ ਆਪਾਂ ਹੁਣ ਦੇਖਦੇ ਹਾਂ ਵੀ ਜੇਕਰ ਸਾਡੇ ਕੋਲ ਇੱਥੇ ਦੋ ਕੰਡਕਟਰਸ ਨੇ ਅਤੇ ਇਹ ਪਹਿਲਾ ਕੰਡਕਟਰ A ਅਤੇ ਇਹਦੇ ਵਿੱਚੋਂ ਦੀ ਜੋ ਕਰੰਟ ਲੰਘ ਰਿਹਾ ਇਟ ਇਜ਼ IA ਸਪੋਜ਼ ਕਰ ਲੈਂਦੇ ਹਾਂ, ਅਤੇ ਦੂਸਰਾ ਕੰਡਕਟਰ ਆ ਜੋ ਸਾਡਾ ਇਹ B ਕੰਡਕਟਰ ਆ ਅਤੇ ਇਹਦੇ ਵਿੱਚੋਂ ਦੀ ਜੋ ਕਰੰਟ ਲੰਘ ਰਿਹਾ ਇਹ ਮੰਨ ਲੈਂਦੇ ਹਾਂ IB ਲੰਘ ਰਿਹਾ। ਹੁਣ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਪਹਿਲੇ ਕੰਡਕਟਰ ਵਿੱਚੋਂ ਦੀ ਕਰੰਟ ਲੰਘ ਰਿਹਾ ਇਸ ਕਰੰਟ ਦੀ ਕੌਨਸੀਕੁਐਂਸ ਇਹ ਹੋਏਗਾ ਕਿ ਇਸ ਕੰਡਕਟਰ ਦੇ ਆਲੇ ਦੁਆਲੇ ਸਰਕੂਲਰ ਲੂਪਸ ਹੋਣਗੇ of magnetic field. The magnetic field caused by the conductor A will affect the presence of current in conductor B. ਸੋ ਇਹਦਾ ਮਤਲਬ ਇਹ ਹੋਇਆ ਕਿ B ਕੰਡਕਟਰ ਦੇ ਸਾਰੀ ਲੈਂਥ ਦੇ ਅਲੋਂਗ ਜੇਕਰ ਇਹ ਸਾਡੇ ਕੋਲ ਕੰਡਕਟਰ ਲੌਂਗ ਲੈਂਥ ਦੇ ਹੋਣ ਤਾਂ B ਕੰਡਕਟਰ ਦੇ ਸਾਰੀ ਲੈਂਥ ਦੇ ਅਲੋਂਗ ਮੈਗਨੈਟਿਕ ਫੀਲਡ ਹੋਏਗਾ ਆਫ ਕੰਡਕਟਰ A। ਸੋ ਅਸੀਂ ਸਪੋਜ਼ ਕਰ ਲਈਏ ਇਸ ਕੰਡਕਟਰ ਦੀ ਇੱਕ ਛੋਟਾ ਲੈਂਥ ਐਲੀਮੈਂਟ ਜਿਹਨੂੰ ਅਸੀਂ L ਕਹਿ ਦਿੰਦੇ ਹਾਂ। ਸਪੋਜ਼ ਕਰ ਲੈਂਦੇ ਹਾਂ ਇੱਥੋਂ ਤੋਂ ਇੱਥੇ ਤੱਕ ਸਾਡੇ ਕੋਲ ਜੋ ਲੈਂਥ ਆ ਉਹ L ਆ ਅਤੇ ਇਸ ਲੈਂਥ ਦੇ ਉੱਤੇ ਜਿੰਨਾ ਮੈਗਨੈਟਿਕ ਫੀਲਡ ਹੋਏਗਾ ਡਿਊ ਟੂ ਕੰਡਕਟਰ A ਉਹ ਕਿੰਨਾ ਹੋਏਗਾ, ਕਿੱਧਰ ਨੂੰ ਹੋਏਗਾ, ਆਓ ਦੇਖਦੇ ਹਾਂ। ਸੋ ਇੱਥੇ ਕਰੰਟ ਦੀ ਡਾਇਰੈਕਸ਼ਨ ਸਾਡੇ ਕੋਲ ਇੱਦਾਂ ਅਤੇ ਕਰੰਟ ਹੈਗਾ ਸਾਡੇ ਕੋਲ ਇਸ ਕੰਡਕਟਰ 'ਚ IB। ਮੈਗਨੈਟਿਕ ਫੀਲਡ ਇੱਥੇ ਹੋਏਗਾ ਡਿਊ ਟੂ ਕਰੰਟ ਪ੍ਰੈਜੈਂਟ ਇਨ ਕੰਡਕਟਰ A। ਸੋ ਜੇਕਰ ਇਹਦਾ ਮੈਗਨੈਟਿਕ ਫੀਲਡ ਦੇਖੀਏ ਤਾਂ ਰਾਈਟ ਹੈਂਡ ਥੰਬ ਰੂਲ ਦੇ ਨਾਲ ਅਸੀਂ ਥੰਬ ਨੂੰ ਇੱਧਰ ਨੂੰ ਕਰੀਏ ਤਾਂ ਮੈਗਨੈਟਿਕ ਫੀਲਡ ਵਿਲ ਬੀ ਡਾਊਨਵਰਡਸ ਐਟ ਦਿਸ ਕੰਡਕਟਰ। ਸੋ B ਆਫ A ਇਹ ਦੋਨੇ ਆਪਸ ਦੇ ਵਿੱਚ ਪਰਪੈਂਡੀਕੂਲਰ ਨੇ ਕਰੰਟ ਅਤੇ ਮੈਗਨੈਟਿਕ ਫੀਲਡ। ਜੇਕਰ ਪਰਪੈਂਡੀਕੂਲਰ ਨੇ ਤਾਂ ਅਸੀਂ ਇਹਨਾਂ ਦੇ ਵਿਚਾਲੇ ਸਕਰਿਊ ਰੱਖ ਕੇ ਫੋਰਸ ਦੇਖ ਸਕਦੇ ਹਾਂ। ਮਤਲਬ IBL ਸਾਡਾ ਇੱਥੇ ਬਣ ਗਿਆ ਕਰੰਟ ਕੈਰਿੰਗ ਐਲੀਮੈਂਟ। ਸੋ ਅਸੀਂ ਹੁਣ ਫੋਰਸ ਦੇਖੀਏ। ਫੋਰਸ ਦਾ ਫਾਰਮੂਲਾ ਸਾਨੂੰ ਲੋਰੈਂਟਜ਼ ਨੇ ਦੱਸਿਆ F ਇਕੁਅਲ ਟੂ IL ਕ੍ਰੋਸ B। ਸੋ ਇਹ ਸਾਡੇ ਕੋਲ ਲੋਰੈਂਟਜ਼ ਫੋਰਸ ਦਾ ਫਾਰਮੂਲਾ। ਮੈਗਨੈਟਿਕ ਫੀਲਡ ਸਾਡੇ ਕੋਲ ਡਿਊ ਟੂ ਕੰਡਕਟਰ A ਆ, ਕਰੰਟ ਹੈ ਸਾਡੇ ਕੋਲ B ਕੰਡਕਟਰ ਦਾ। ਕੰਡਕਟਰ ਦੇ ਵਿੱਚ ਜਿਹੜਾ ਕਰੰਟ ਆ ਉਹਦੇ ਉੱਤੇ ਫੋਰਸ ਲੱਗੇਗੀ ਡਿਊ ਟੂ ਦੀ ਮੈਗਨੈਟਿਕ ਫੀਲਡ ਆਫ ਕੰਡਕਟਰ A। ਸੋ ਕਿੰਨੀ ਲੱਗੇਗੀ IBL cross B। So because these are perpendicular, so it will be
आई बी टाइम्स, क्योंकि लेंथ इत्थे साडे कोले कैपीटल एल आ, असीं कैपीटल एल यूज़ करांगे, मैगनैटिक फील्ड ऑफ कंडक्टर ए। सो दिस विल बी दी फोर्स ऑन कंडक्टर बी ड्यू टू ए। सो इनू असीं लिखांगे एफ बी ए। डायरैक्शन इहदी किधर नूं होएगी? डायरैक्शन विल बी गिवन बाय दी राइट हैंड थंब रूल। अपने फिंगरस नूं पहले वैक्टर वाले पासे रख लीए। पहला वैक्टर साडा आई एल, तो फिंगरस नूं असीं दूसरे वैक्टर वाल नूं मोड़ीए बी वाले पासे नूं, तो यदा मतलब साडे कोले फोर्स विल बी टुवर्ड्स द फस्ट कंडक्टर। सो जां असीं ਸਕਰੂ रख सकते हैं, इन्हां दोनों वैक्टर्स के अलॉन्ग ਸਕਰੂ रख लीए, आई बी तो लैके बी ए वाले पासे नूं ਸਕਰੂ घुमाइए, तो जे इत्थे रख के असीं ਸਕਰੂ नूं रोटेट करिए इदां, तो इट विल गो टुवर्ड्स कंडक्टर ए। सो फोर्स विल बी लाइक दिस, द फोर्स इज एफ बी ए। तो एफ बी इधर नूं लग जाएगी। मैगनैटिक फील्ड की इत्थे हुण वैल्यू पुट करिए। मैगनैटिक फील्ड सानू एंपीयर सर्कुलर ला नाल असीं कढ सकते हैं। जेकर इस कंडक्टर के आले दुआले सपोज करो इस कंडक्टर के आले दुआले असीं एक एंपीरियन लूप कंसिडर कर लीए इदां दा, तो एंपीरियन लूप का जो डिस्टेंस होएगा साडे कोल इत्थे तक, दिस इज द सैपरेशन बिटवीन दी कंडक्टर्स एंड लैट इट बी डी। तो डी साडे कोल सैपरेशन आ। सो अकॉर्डिंग टू एंपीयर्स सर्कुलर लॉ, एंपीयर सर्कुलर लॉ कहता बी डॉट डी एल द लाइन इंटैगरल विल बी इक्वल टू म्यू नॉट दी करंट पासिंग थ्रू दैट लूप। करंट पासिंग थ्रू दिस लूप, इस लूप के विचों दी करंट लंघ रहा साडा आई ए, जिहड़ा मैगनैटिक फील्ड जनरेट कर रहा। मैगनैटिक फील्ड भी इसे कंडक्टर का, दिस इज बी ए। सो लेंथ का इंटैगरल करिए इस लूप का, जे निक्का जिहा एलीमेंट कोई डी एल होवे, इन्ना का एलीमेंट डी एल मान लीए, तो सारी लेंथ का इंटैगरल आएगा इहदा सरकमफ्रेंस। सो सरकमफ्रेंस विल बी बी ए एंड इंटैगरल ऑफ डी एल विल बी 2 pi d, which is the circumference of this Amperian loop. So it will be equal to mu naught Ia, or magnetic field of conductor A will be mu naught Ia divided by 2 pi d। ये मैगनैटिक फील्ड की जो वैल्यू साढ़े को आ गई, इनू असी इत्थे इक्वेशन नंबर 1 जो असी मानी आ, ये असी बी की वैल्यू पुट कर दईए। सो एफ बी ए साढ़े को बराबर आ जाएगा आई बी एल, बी ए की वैल्यू पुट कर दिए म्यू नॉट अपॉन 2 पाई आई ए अपॉन डी। सो रीअरेंज करके लिख लीए इनू, एफ बी ए इक्वल टू म्यू नॉट अपॉन 2 पाई एल आई बी डिवाइडेड बाय डी। सो दिस विल बी दी फोर्स विच विल बी डायरैक्टेड टुवर्ड्स कंडक्टर ए। हुण सिमिलरली जेकर असी ये देखिए, सो इनू मैं इक्वेशन नंबर साडी 2 कह दिना। जेकर मैं जिहड़ा करंट आई बी लंघ रहा बी कंडक्टर दे विच, इहदा भी मैगनैटिक फील्ड होएगा इहदे आले दुआले। सो इहदा मैगनैटिक फील्ड जे होएगा तो देखिए ध्यान नाल किवें होएगा। उस तरह मैं अपने गूठे नूं इस कंडक्टर वाल रख लांगा, तो इधरले पासे दा थल्ले नूं होएगा, पर इधरले पासे उपर नूं होएगा। सो इहदा मतलब जेकर मैं सेम वे इधरले पासे मैगनैटिक फील्ड की डायरैक्शन बना ला, तो मैगनैटिक फील्ड विल बी अपवर्ड्स। सो दिस इज अवर बी बी मैगनैटिक फील्ड ड्यू टू द करंट प्रेजेंट इन सैकेंड कंडक्टर। तो करंट इधरले पासे नूं साडा उपर नूं ही आ। करंट किहड़ा इत्थे आई ए करंट की प्रेजेंस करके मैगनैटिक फील्ड ये उत्ते फोर्स लगाएगा। किधरों लगाएगा? ये भी दोनों आपस में परपेंडिकुलर होणगे। सो जेकर ये परपेंडिकुलर ने तो असी आई तो लैके बी वाले पासे नूं क्रॉस प्रोडक्ट ला के देखिए, सो इट विल बी टुवर्ड्स दिस साइड। सो इसदा मतलब ये हो गया कि एफ ए बी मैग्नीट्यूड विल बी द सेम एल आई बी आई ए अपॉन डी। सो दोनों की आपस में जो डायरैक्शन होएगी वो इक्वल एंड अपोजिट होएगी। सो इत्थों सानू ये पता लग गया बई जो फोर्स बिटवीन टू कंडक्टर्स है, सो इट इज़ एफ ए बी ते एफ बी ए।
ਇਹ ਦੋਨੇ ਫੋਰਸਿਸ ਆਪਸ ਦੇ ਵਿੱਚ ਇਕੁਅਲ ਐਂਡ ਆਪੋਜ਼ਿਟ ਹੋਣਗੀਆਂ। ਇਹਦਾ ਮਤਲਬ ਦੋਨੇ ਕੰਡਕਟਰਸ ਜਿਨ੍ਹਾਂ ਦੇ ਵਿੱਚ ਪੈਰਲਰ ਕਰੰਟ ਇੱਦਾਂ ਫਲੋ ਕਰ ਰਿਹਾ ਦੇ ਵਿਲ ਅਟਰੈਕਟ ਈਚ ਅਦਰ। ਸੋ ਇਸੇ ਕਰਕੇ ਜਦੋਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਬਈ ਜਦੋਂ ਦੋ ਤਾਰਾਂ ਦੇ ਵਿੱਚੋਂ ਦੀ ਕਰੰਟ ਇੱਕੋ ਪਾਸੇ ਨੂੰ ਜਾ ਰਿਹਾ ਹੁੰਦਾ ਤਾਂ ਉਹ ਆਪਸ ਦੇ ਵਿੱਚ ਖਿੱਚਦੀਆਂ ਨੇ। ਸੋ ਇਹੀ ਇਫੈਕਟ ਸਾਡੇ ਕੋਲ ਜਦੋਂ AC ਕਰੰਟਸ ਫਲੋ ਕਰਦੇ ਆ, ਇਹ ਤਾਂ ਅਸੀਂ ਸਟੈਡੀ ਕਰੰਟਸ ਦੀ ਗੱਲ ਕੀਤੀ ਹੈ। AC ਕਰੰਟਸ ਦੇ ਵਿੱਚ ਵੀ ਜਦੋਂ ਇੱਥੇ ਇੱਕ ਵੁੱਡ ਦੀ ਸਟਿੱਕ ਲਗਾ ਦਿੰਦੇ ਆ ਅਤੇ ਉਹਨੂੰ ਅਸੀਂ ਟਾਈ ਕਰ ਦਿੰਦੇ ਹਾਂ ਦੋਨੇ ਪਾਸਿਓਂ, ਤਾਂ ਕਿ ਉਹ ਉਹਨਾਂ ਦੇ ਵਿੱਚ ਆਪਸ ਜੋ ਫੋਰਸ ਲੱਗਦੀ ਆ ਹਾਈ ਕਰੰਟਸ ਦੇ ਡਿਊਰਿੰਗ ਉਹਦੇ ਨਾਲ ਉਹ ਖਿੱਚ ਕੇ ਜੁੜ ਨਾ ਜਾਣ, ਅਤੇ ਜੁੜ ਜਾਣਗੇ ਤਾਂ ਫਿਰ ਸਪਾਰਕ ਪੈਦਾ ਹੋਏਗੀ। ਸੋ ਇਸ ਲਈ ਸਾਨੂੰ ਇਹ ਪਤਾ ਲੱਗ ਗਿਆ ਬਈ ਜੋ ਦੋ ਕੰਡਕਟਰਸ ਜਿਨ੍ਹਾਂ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰਦਾ ਉਹ ਅਟਰੈਕਟ ਕਰਦੇ ਆ। ਸੋ ਆਓ ਹੁਣ ਦੇਖੀਏ, ਜਸਟ ਅਸੀਂ ਡਾਇਰੈਕਸ਼ਨ ਚੈੱਕ ਕਰੀਏ। ਇਹਨਾਂ ਦੇ ਵਿੱਚ ਅਪੋਜ਼ਿਟ ਡਾਇਰੈਕਸ਼ਨ 'ਚ ਕਰੰਟ ਫਲੋ ਕਰ ਰਿਹਾ। ਇਹਦੇ ਵਿੱਚ ਸਪੋਜ਼ ਕਰੀਏ ਸਾਡੇ ਕੋਲੇ ਉੱਪਰ ਨੂੰ ਕਰੰਟ ਫਲੋ ਕਰ ਰਿਹਾ IA, ਤਾਂ ਦੂਸਰਾ ਸਾਡੇ ਕੋਲੇ ਪੈਰਲਲ ਕੰਡਕਟਰ ਆ, ਇਹਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ ਉਹ ਸਾਡਾ ਨੀਚੇ ਨੂੰ ਫਲੋ ਕਰ ਰਿਹਾ। ਹੁਣ ਅਸੀਂ ਦੇਖਦੇ ਇਹਨਾਂ ਦੀ ਫੋਰਸਿਸ ਕਿੱਦਾਂ ਲੱਗਣਗੀਆਂ। ਸੋ ਕਰੰਟ A ਦਾ ਮੈਗਨੈਟਿਕ ਫੀਲਡ ਇਟ ਵਿਲ ਬੀ ਗਿਵਨ ਬਾਏ ਰਾਈਟ ਹੈਂਡ ਥੰਬ ਰੂਲ, ਸੋ ਡਾਊਨਵਰਡ। ਸੋ ਇੱਧਰਲੇ ਪਾਸੇ ਡਾਊਨਵਰਡ ਹੋਏਗਾ। ਸੋ ਇਹਦਾ ਮਤਲਬ ਇਹ ਹੋਇਆ ਵੀ ਇੱਥੇ ਮੈਗਨੈਟਿਕ ਫੀਲਡ ਵਿਲ ਬੀ ਡਾਊਨਵਰਡਸ BA। A ਦਾ ਮੈਗਨੈਟਿਕ ਫੀਲਡ ਇੱਧਰਲੇ ਪਾਸੇ, ਇਹਨਾਂ 'ਚ ਆਪਸ 'ਚ ਪਰਪੈਂਡੀਕੂਲਰ ਆ। ਅਤੇ ਅਸੀਂ ਹੁਣ ਦੇਖੀਏ IB ਅਤੇ BA ਦੇ ਵਿਚਕਾਰ ਸਕਰਿਊ ਰੱਖ ਕੇ ਘੁਮਾ ਕੇ ਦੇਖੀਏ। ਸੋ ਸਕਰਿਊ ਮੈਂ ਇੱਥੇ ਰੱਖ ਲਿਆ, ਇਹਨਾਂ ਦੇ ਵਿੱਚ ਇਹਨੂੰ I ਤੋਂ ਲੈ ਕੇ B ਵਾਲੇ ਪਾਸੇ ਨੂੰ ਘੁਮਾਵਾਂਗਾ ਤਾਂ ਇਟ ਵਿਲ ਬੀ ਐਂਟੀ ਕਲੋਕਵਾਈਜ਼, ਅਤੇ ਇਹ ਜਾਏਗਾ ਜੀ ਬਾਹਰਲੇ ਪਾਸੇ ਨੂੰ। ਸੋ ਇਹਦਾ ਮਤਲਬ ਫੋਰਸ ਲੱਗ ਗਈ ਸਾਡੀ ਇੱਧਰ ਨੂੰ। ਸੋ FBA ਵਿਲ ਬੀ ਲਾਈਕ ਦਿਸ। ਹੁਣ ਦੇਖੀਏ ਵੀ ਮੈਗਨੈਟਿਕ ਫੀਲਡ ਜੋ B ਕੰਡਕਟਰ ਦਾ ਹੈ ਉਹ ਪ੍ਰਭਾਵਿਤ ਕਰ ਰਿਹਾ A ਕੰਡਕਟਰ ਨੂੰ, ਤਾਂ ਇੱਥੇ ਮੈਗਨੈਟਿਕ ਫੀਲਡ ਇਹਦਾ ਜੇ ਡਾਇਰੈਕਸ਼ਨ ਨੀਚੇ ਨੂੰ ਆ, ਮੈਗਨੈਟਿਕ ਫੀਲਡ ਵਿਲ ਬੀ ਡਾਊਨਵਰਡਸ। ਸੋ ਮੈਗਨੈਟਿਕ ਫੀਲਡ ਇਹਦਾ ਸਾਡੇ ਕੋਲੇ ਡਾਊਨਵਰਡਸ ਹੋਏਗਾ, ਦਿਸ ਵਿਲ ਬੀ ਦੀ BB। ਅਤੇ ਹੁਣ ਫੋਰਸ ਦੇਖੀਏ ਕਿੱਧਰ ਨੂੰ ਲੱਗੀ। ਕਰੰਟ ਤੋਂ ਮੈਗਨੈਟਿਕ ਫੀਲਡ ਵਾਲੇ ਪਾਸੇ ਨੂੰ ਵਿਚਾਲਿਓਂ ਰੱਖ ਕੇ ਸਕਰਿਊ ਘੁਮਾਵਾਂਗੇ ਤਾਂ ਇਟ ਵਿਲ ਬੀ ਆਊਟਵਰਡਸ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੇਕਰ ਕਰੰਟ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ ਇਸ ਕੇਸ ਦੇ ਵਿੱਚ, ਤਾਂ ਇਹ ਦੋਨੇ ਆਪਸ ਦੇ ਵਿੱਚ ਰਿਪੈਲ ਕਰਨਗੇ। ਸੋ ਇੱਥੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਜਦੋਂ ਕੰਡਕਟਰਸ ਦੇ ਵਿੱਚ ਲੌਂਗ ਸਟ੍ਰੇਟ ਕੰਡਕਟਰਸ ਦੇ ਵਿੱਚ ਸੇਮ ਡਾਇਰੈਕਸ਼ਨ 'ਚ ਕਰੰਟ ਜਾ ਰਿਹਾ ਉਦੋਂ ਉਹ ਅਟਰੈਕਟ ਕਰਦੇ ਨੇ, ਪਰ ਜਦੋਂ ਕਰੰਟ ਦੀ ਡਾਇਰੈਕਸ਼ਨ ਅਪੋਜ਼ਿਟ ਆ, ਇੱਕ 'ਚ ਇੱਧਰ ਨੂੰ ਆ, ਇੱਕ 'ਚ ਉੱਪਰ ਨੂੰ, ਇੱਕ 'ਚ ਨੀਚੇ ਨੂੰ ਆ, ਤਾਂ ਉਹ ਕੀ ਕਰਦੇ ਆ, ਰਿਪੈਲ ਕਰਦੇ ਆ। ਡਿਸਕਸ਼ਨ ਤੋਂ ਇਹ ਦੇਖਦੇ ਆ ਵੀ ਮੈਗਨੈਟਿਕ ਫੀਲਡ ਦੀ ਜੋ ਅਸੀਂ ਫੋਰਸ ਫਾਈਂਡ ਕੀਤੀ ਆ FBA ਜਾਂ FAB, ਅਸੀਂ ਇਹ ਤਾਂ ਦੇਖ ਲਿਆ ਵੀ ਇਹਨਾਂ ਦੋਨਾਂ ਦਾ ਜੋ ਮੈਗਨੀਚਿਊਡ ਆ ਸੋ ਉਹ ਸਾਡੇ ਕੋਲੇ ਸੇਮ ਆ, ਮੈਗਨੀਚਿਊਡ ਹੈ ਸੇਮ। ਅਤੇ ਜੇ ਮੈਗਨੀਚਿਊਡ ਸੇਮ ਆ ਤਾਂ ਇੱਥੇ ਅਸੀਂ ਕੱਢਿਆ ਹੈ ਇੱਕ ਲੈਂਥ ਦੇ ਉੱਤੇ, ਜਿਹੜੀ ਲੈਂਥ ਅਸੀਂ ਇੱਥੇ ਮੰਨੀ ਸੀ ਉਸ ਲੈਂਥ ਦੇ ਉੱਤੇ ਇਹ ਫੋਰਸ ਕੱਢੀ ਸੀ, ਅਤੇ ਪਰ ਯੂਨਿਟ ਲੈਂਥ ਸਾਡੇ ਕੋਲੇ ਕਿੰਨਾ ਫੋਰਸ ਲੱਗ ਜਾਏਗੀ। ਸੋ ਉਹ ਅਸੀਂ ਚੈੱਕ ਕਰੀਏ। ਮੰਨ ਲਈਏ ਅਸੀਂ small FBA B ਦੀ ਮੈਗਨੀਚਿਊਡ ਆਫ ਦੀਜ਼ ਫੋਰਸਿਸ, ਅਤੇ ਇਹਨੂੰ ਪਰ ਯੂਨਿਟ ਲੈਂਥ ਮੰਨੀਏ ਤਾਂ ਪਰ ਯੂਨਿਟ ਲੈਂਥ ਸਾਡੇ ਕੋਲ ਕਿੰਨੀ ਆ ਜਾਏਗੀ। ਅਸੀਂ L ਦੀ ਵੈਲਿਊ 1 ਪੁੱਟ ਕਰ ਦਾਂਗੇ, μ0 IA IB ਅਪੋਨ 2 ਪਾਈ ਟਾਈਮਸ D। ਹੁਣ ਇਸ ਐਕਸਪ੍ਰੈਸ਼ਨ ਤੋਂ ਸਾਡੇ ਕੋਲ ਐਂਪੀਅਰ ਦੀ ਡੈਫੀਨੇਸ਼ਨ ਜੋ ਹੈ ਉਹਨੇ ਸਾਨੂੰ ਦਿੱਤੀ। 1 ਐਂਪੀਅਰ ਕੀ ਹੋਏਗਾ। ਸੋ ਇੱਥੋਂ ਅਸੀਂ ਡੈਫੀਨੇਸ਼ਨ ਬਣਾ ਸਕਦੇ ਹਾਂ ਐਂਪੀਅਰ ਦੀ। ਕੀ ਬਣੇਗੀ ਡੈਫੀਨੇਸ਼ਨ, 0.4 ਪਾਈ ਦੀ ਵੈਲਿਊ ਸਾਨੂੰ ਪਤਾ ਇਟ ਇਜ਼ 4 × 10⁻⁷ ਅਤੇ 2 ਨਾਲ ਅਸੀਂ ਮਲਟੀਪਲਾਈ ਵੀ ਕੀਤਾ, ਜਾਂ ਕਹਿ ਦਈਏ ਵੀ μ0/2 ਪਾਈ ਸੀਗਾ ਤਾਂ ਇਹਦੀ ਵੈਲਿਊ ਸਾਡੇ ਕੋਲ ਰਹਿ ਗਈ 2 × 10⁻⁷। ਸੋ ਇੰਨੇ ਨਿਊਟਨਸ ਪਰ ਮੀਟਰ ਦੀ ਫੋਰਸ ਲਾਉਣਗੇ ਇੱਕ ਦੂਜੇ ਦੇ ਉੱਤੇ, ਇਹਨਾਂ ਦੇ ਉੱਤੇ ਕਰੰਟ ਕੀ ਹੈ 1 ਐਂਪੀਅਰ। ਸੋ ਅਗੇਨ 1 ampere is the value of that steady current which when maintained in each of the two very long straight parallel conductors of negligible cross section and placed 1 meter apart in vacuum would produce 2 × 10⁻⁷ newtons per meter। ਸੋ ਇੱਦਾਂ ਅਸੀਂ ਇੱਕ ਐਂਪੀਅਰ ਦੀ ਡੈਫੀਨੇਸ਼ਨ ਇਸ ਆਰਟੀਕਲ ਦੇ ਵਿੱਚੋਂ ਫਾਈਂਡ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ।